हेलो एवरीवन, वेलकम बैक टू अवर चैनल। कि अब जब आप रीसेंट टास्क 1 के उपर निगाह मारन जा रहे हैं जी 22 जुलाई वाले टास्क 1 के उपर। चलो देखते हैं फिर अज वाले टॉपिक। ओके गाइस, सो हेयर वी हैव अवर टुडेज टॉपिक। द टेबल बिलो गिव्स इन्फॉर्मेशन अबाउट पॉपुलेशन ऑफ ऑस्ट्रेलिया एंड मलेशिया इन 1980 एंड 2002। सो ਆਪਾਂ ਨੂੰ ਪੋਪੂਲੇਸ਼ਨ ਦੇ ਬਾਰੇ ਇਨਫੋਰਮੇਸ਼ਨ ਗਿਵਨ ਹੈ ਜੀ। ਦੋ ਦੇਸ਼ਾਂ ਦੇ ਬਾਰੇ, ਆਸਟ੍ਰੇਲੀਆ ਤੇ ਮਲੇਸ਼ੀਆ, ਉਹ ਵੀ ਦੋ ਡਿਫਰੈਂਟ ਟਾਈਮਲਾਈਨਸ ਦੇ ਬਾਰੇ 1980 ਐਂਡ 2002। ਨਾਓ ਜੇ ਆਪਾਂ ਇੱਕ ਵਾਰ ਪਹਿਲੀ ਨਿਗਾਹ ਦੇ ਵਿੱਚ ਦੇਖੀਏ ਜੀ, ਆਪਣਾ ਟੌਪਿਕ ਥੋੜਾ ਜਿਹਾ ਡਿਫਰੈਂਟ ਲੱਗ ਸਕਦਾ ਹੈ। ਨਾ ਕਿਉਂ ਲੱਗੂਗਾ? ਕਿਉਂਕਿ ਤੁਸੀਂ ਦੇਖ ਸਕਦੇ ਵੀ ਆਪਾਂ ਨੂੰ 6 ਡਿਫਰੈਂਟ ਟਾਈਪ ਆਫ ਡਾਟਾਸ ਗਿਵਨ ਨੇ। ਵੀ ਹੈਵ ਟੋਟਲ ਪੋਪੂਲੇਸ਼ਨ, ਮੇਲ ਪੋਪੂਲੇਸ਼ਨ ਇਨ ਪਰਸੈਂਟੇਜ, ਫੀਮੇਲ ਪੋਪੂਲੇਸ਼ਨ, ਬਰਥ ਰੇਟ in percentage, average annual population growth and population aged over 65। ਨਾਓ ਜਿਹੜਾ ਪਹਿਲਾ ਡਾਟਾ ਹੈ ਜੀ ਉਹ ਆਪਾਂ ਨੂੰ ਮਿਲੀਅਨਸ ਦੇ ਵਿੱਚ ਗਿਵਨ ਹੈ, ਬਾਕੀ ਸਾਰੇ ਆਪਾਂ ਨੂੰ ਪਰਸੈਂਟੇਜ ਦੇ ਵਿੱਚ ਗਿਵਨ ਨੇ। ਨਾਓ ਥੋੜਾ ਜਿਹਾ ਲੈਂਥੀ ਲੱਗ ਸਕਦਾ ਜੀ ਅੱਜ ਵਾਲਾ ਟੌਪਿਕ, ਬਟ ਸਟਿਲ ਇਟ ਇਜ਼ ਨਾਟ ਵੈਰੀ ਡਿਫਿਕਲਟ। ਨਾਓ ਵਾਈ ਇਜ਼ ਦੈਟ? ਬਿਕੋਜ਼ ਜੇ ਆਪਾਂ ਧਿਆਨ ਨਾਲ ਦੇਖੀਏ ਕਿ ਜਿਹੜਾ ਆਪਣਾ ਆਸਟ੍ਰੇਲੀਆ ਤੇ ਮਲੇਸ਼ੀਆ ਹੈ, ਪਹਿਲਾਂ ਦੇਖਣ ਨੂੰ ਲੈਂਥੀ ਲੱਗੂਗਾ ਕਿਉਂਕਿ ਟੋਟਲ ਨੰਬਰ ਆਫ ਜਿਹੜੇ ਡਾਟਾਸ ਗਿਵਨ ਨੇ, ਫਿਗਰਸ ਗਿਵਨ ਹੈ, ਦੈਟ ਇਜ਼ 24। ਤੇ ਉਹਨਾਂ ਨੂੰ ਮੈਂਸ਼ਨ ਕਰਨ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਜਿਹੜਾ ਸੈਂਟੈਂਸ ਆ ਦੇਖ ਕੇ ਬਣਾਉਣੇ ਪੈਣਗੇ, ਖਿੱਚਣੇ ਪੈਣਗੇ, ਜਾਂ ਮੇਬੀ ਕਨੈਕਟਰਸ ਵੀ ਜ਼ਿਆਦਾ ਯੂਜ਼ ਕਰਨੇ ਪੈਣਗੇ। ਸੋ ਉਸ ਹਿਸਾਬ ਨਾਲ ਦੇਖਾਂਗੇ। ਬਾਕੀ ਕੁਛ ਕੁ ਵਿੱਚ ਡਾਟਾਸ ਇੱਦਾਂ ਵੀ ਆ ਗਏ ਵੀ ਆਪਸ਼ਨਲ ਆ ਗਿਆ, ਆਪਾਂ ਛੱਡ ਵੀ ਸਕਦੇ ਹਾਂਗੇ। ਬਾਕੀ ਮੈਂ ਆਪਦੇ ਹਿਸਾਬ ਨਾਲ ਟੂ ਦਾ ਮੋਸਟ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਹੋਪ ਸੋ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆਊਗਾ ਐਂਡ ਵਧੀਆ ਲੱਗੂਗਾ। ਚਲੋ ਲੈਟਸ ਮੂਵ ਔਨ ਟੂ ਡੇਜ਼ ਇੰਟਰੋਡਕਸ਼ਨ। So let's read our introduction. The given tabular chart provides knowledge about populace of Australia and Malaysia in terms of its size, gender, natality, annual rise and ratio of masses above 65 in 1980 and 2002। Now ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਜੀ, ਆਪਣੇ ਕੋਲੇ ਦੋ ਚੋਇਸਿਸ ਨੇ ਜੀ। ਹੁਣ ਤੁਸੀਂ ਇੱਦਾਂ ਵੀ ਕਰ ਸਕਦੇ ਹੋ, ਜਿਹੜੀ ਤੁਹਾਨੂੰ ਉੱਥੇ ਜਨਰਲ ਗਿਵਨ ਸੀ ਇਨਫੋਰਮੇਸ਼ਨ ਅਬਾਊਟ ਪੋਪੂਲੇਸ਼ਨ, ਤੁਸੀਂ ਸਿੰਪਲ ਵੀ ਲਿਖ ਸਕਦੇ ਹੋ। ਬਟ ਮੈਂ ਸੋਚਿਆ ਵੀ ਇੰਟਰੋਡਕਸ਼ਨ ਨੂੰ ਜ਼ਿਆਦਾ ਇਲੈਬੋਰੇਟ ਕਰੀਏ। ਮੈਂ ਕੁਛ ਕੁ ਵਰਡ ਸਿਨੋਨੀਅਮ ਵਰਤੇ ਨੇ, ਕੁਛ ਕੁ ਚੇਂਜਿਸ ਵਰਤੇ ਨੇ ਜਿਹੜੇ ਮੈਨੂੰ ਲੱਗੇ ਵੀ ਬੈਸਟ ਸੀਗੇ। ਜੇ ਆਪਣੀ ਧਿਆਨ ਨਾਲ ਇੰਟਰੋਡਕਸ਼ਨ ਦੇਖੀਏ ਆਪਾਂ, ਮੈਂ ਇਨਫੋਰਮੇਸ਼ਨ ਨੂੰ ਨੌਲੇਜ ਨਾਲ ਰਿਪਲੇਸ ਕਰਤਾ, ਪੋਪੂਲੇਸ਼ਨ ਨੂੰ ਪੋਪੂਲੇਸ ਨਾਲ। ਤੇ ਮੈਂ ਕਹਤਾ ਵੀ ਜਿਹੜੀ ਨੌਲੇਜ ਆ ਇਹ ਆਪਾਂ ਨੂੰ ਡਿਫਰੈਂਟ ਟਰਮਸ ਦੇ ਵਿੱਚ ਪ੍ਰੋਵਾਈਡ ਕੀਤੀ ਗਈ ਹੈ। ਟਰਮਸ ਯਾਨੀ ਕਿ ਡਿਫਰੈਂਟ ਕੈਟੇਗਰੀਜ਼ ਕਹਿ ਸਕਦੇ ਆਪਾਂ। ਦੋਜ਼ ਕੈਟੇਗਰੀਜ਼ ਬੀਇੰਗ ਪੋਪੂਲੇਸ਼ਨ ਦਾ ਸਾਈਜ਼, ਦੈਟ ਇਜ਼ ਜਿਹੜੀ ਆਪਾਂ ਨੂੰ ਮਿਲੀਅਨਸ ਦੇ ਵਿੱਚ ਗਿਵਨ ਹੈ ਜੀ। ਜੈਂਡਰ, ਦੈਟ ਇਜ਼ ਆਪਾਂ ਨੂੰ ਜੈਂਡਰ ਦੇ ਬੇਸਿਸ ਦੇ ਉੱਪਰ ਪੋਪੂਲੇਸ਼ਨ ਗਿਵਨ ਹੈ, ਮੇਲ ਐਂਡ ਫੀਮੇਲ ਦੇ ਬੇਸ ਤੇ। ਨਟੈਲਿਟੀ ਜੀ ਆਪਾਂ ਬਰਥ ਰੇਟ ਨੂੰ ਕਹਿ ਦਿੰਦੇ ਹਾਂ। ਐਨੂਅਲ ਰਾਈਜ਼ ਜੀ ਆਪਣਾ ਕਾਹਦੇ ਵਿੱਚ? ਪੋਪੂਲੇਸ਼ਨ ਦੇ ਵਿੱਚ, ਵੀ ਹਰੇਕ ਸਾਲ ਕਿੰਨੀ ਗਰੋਥ ਹੋਈ ਹੈਗੀ। ਐਂਡ ਉਸ ਤੋਂ ਬਾਅਦ ਰੇਸ਼ੀਓ ਆਫ ਮਾਸਿਸ ਅਬਵ 65, ਵੀ ਉਹਨਾਂ ਮਾਸਿਸ ਦੀ ਪਰਸੈਂਟੇਜ ਜਿਹੜੇ ਕਿ ਅਬਵ 65 ਸੀਗੇ। ਸੋ ਮੈਂ ਉਹਨੂੰ ਚੰਗੀ ਤਰੀਕੇ ਨਾਲ ਇਲੈਬੋਰੇਟ ਕਰਕੇ ਲਿਖ ਦਿੱਤਾ। ਐਂਡ ਮੈਂ ਸਾਰਿਆਂ ਨੂੰ ਇਹੀ ਚੀਜ਼ ਰਿਕਮੈਂਡ ਕਰੂੰਗਾ ਵੀ ਹੋ ਸਕੇ ਤਾਂ ਇਲੈਬੋਰੇਟ ਕਰੋ ਤਾਂ ਕਿ ਜ਼ਿਆਦਾ ਕਲੈਰਿਟੀ ਆਵੇ ਆਪਣੇ ਇੰਟਰੋਡਕਸ਼ਨ ਦੇ ਵਿੱਚ। ਜਿੰਨੀ ਜ਼ਿਆਦਾ ਕਲੈਰਿਟੀ ਉਨੀ ਜ਼ਿਆਦਾ ਵਧੀਆ ਇੰਟਰੋਡਕਸ਼ਨ ਬਣਦੀ ਹੈ ਜੀ ਆਪਣੀ। ਸੋ ਦੈਟ ਵਾਜ਼ ਇਟ ਫॉर द ਇੰਟਰੋਡਕਸ਼ਨ। ਲੈਟਸ ਟੇਕ ਅ ਲੁੱਕ ਐਟ ਆਵਰ ਓਵਰਆਲ। ਜੇ ਤੁਸੀਂ ਆਪਣਾ ਓਵਰਆਲ ਦੇਖੋਗੇ ਜੀ, ਕਾफ़ी ਸਿੰਪਲ ਹੈ। ਓਵਰਆਲ ਇਟ ਕੈਨ ਬੀ ਕਲੀਅਰਲੀ ਸੀਨ that both the given years ratio of men and women was approximately same in both the countries. However, in terms of birth rate and population increase, Malaysia was ahead of its ਕਾਊਂਟਰਪਾਰਟ। ਨਾਓ ਜੇ ਤੁਸੀਂ ਧਿਆਨ ਨਾਲ ਆਪਣੇ ਮੈਪ ਦੇ ਉੱਪਰ ਨਿਗਾਹ ਮਾਰੋਗੇ ਜੀ, ਤੁਸੀਂ ਸਾਰੇ ਜਾਣੇ ਦੇਖ ਸਕਦੇ ਹੋ ਕਿ ਦੋਨਾਂ ਕੰਟਰੀਜ਼ ਦੇ ਵਿੱਚ ਹੀ ਮੇਲ ਦੀ ਰੇਸ਼ੀਓ ਤੇ ਫੀਮੇਲ ਦੀ ਰੇਸ਼ੀਓ ਅਬਾਊਟ ਅਪਰੋਕਸੀਮੇਟਲੀ 50-50% ਹੀ ਰਹੀ ਹੈ। ਸੋ ਦੈਟ ਇਜ਼ ਵੈਰੀ ਸੇਮ। ਦੋਨਾਂ ਈਅਰਸ ਦੇ ਵਿੱਚ ਹੀ ਦੋਨਾਂ ਕੰਟਰੀਜ਼ ਦੇ ਵਿੱਚ ਹੀ 50-50% ਰਹੀ ਹੈ। ਸੋ ਕਾफ़ੀ ਜ਼ਿਆਦਾ ਕਲੀਅਰ ਓਵਰਆਲ ਲੱਗਿਆ ਮੈਨੂੰ ਕਿ ਵੀ ਲਾਈਕ 4 ਟਾਈਪਸ ਆਫ ਡਾਟਾਜ਼ ਸੇਮ ਆ ਰਹੇ ਨੇ ਆਪਣੇ। ਸੋ ਉਹਨਾਂ ਦਾ ਮੈਂ ਇੱਕ ਓਵਰਆਲ ਬਣਾਤਾ। ਐਂਡ ਉਸ ਤੋਂ ਬਾਅਦ ਮੈਨੂੰ ਕਲੀਅਰਲੀ ਥੋੜ੍ਹੇ ਜਿਹੇ ਦੋ ਹੋਰ ਮਿਲੇ। ਹੁਣ ਉਹਨਾਂ ਵਿੱਚ ਤਾਂ ਸਿਮਿਲਰ ਸੀਗਾ, ਬਟ ਉਸ ਤੋਂ ਬਾਅਦ ਦੋ ਕੇਸਿਸ ਦੇ ਵਿੱਚ ਜਿਹੜਾ ਮਲੇਸ਼ੀਆ ਸੀਗਾ ਉਹ ਅੱਗੇ ਸੀਗਾ ਆਪਣੇ ਕੀ ਤੋਂ? ਆਸਟ੍ਰੇਲੀਆ ਤੋਂ। ਐਂਡ ਦੈਟ ਵਾਸ ਬਰਥ ਰੇਟ ਐਂਡ ਪੋਪੂਲੇਸ਼ਨ ਇਨਕਰੀਜ਼। ਮੈਂ ਉਹਨੂੰ ਮੈਂਸ਼ਨ ਕਰਤਾ ਜੀ ਆਪਣੇ ਓਵਰਆਲ ਦੇ ਵਿੱਚ। ਸੋ ਦੈਟ ਵਾਜ਼ ਇਟ ਫॉर आवर overall. Let's move on to our BP1. To begin with, the population of Australia was 14.7 million in 1980, which rose to 19.6 million in 2002। now ਇਹ ਕਾफ़ੀ ज़्यादा ਸਿੰਪਲ ਸੈਂਟੈਂਸ ਬਣਾਇਆ ਜੀ ਮੈਂ, ਜਿਹੜਾ ਕਿ ਆਪਾਂ ਡਿਫਰੈਂਟ ਈਅਰਸ ਦੇ ਵਿੱਚ ਵਰਤ ਲੈਂਦੇ ਆਗੇ ਕਿ ਇੰਨੀ ਪੋਪੂਲੇਸ਼ਨ ਸੀਗੀ ਅਤੇ ਉਹ ਇੰਨੀ ਵੱਧ ਕੇ ਹੋ ਗਈ ਇਸ ਅਗਲੇ ਸਾਲ ਦੇ ਵਿੱਚ।
एंड नेक्स्ट देखते हैं जी, मोर ओवर इन फॉर्मर ईयर द रेशियो ऑफ मैन इन दिस नेशन वाज 49.9% एंड फॉर वुमेन इट वाज 50.1% एंड बोथ फिगर्स रिमेनड सिमिलर इन लेटर ईयर। नाउ जे ध्यान नाल तुसी सारे जाने निगाह मारोगे जी अपने डाटा दे उपर, ਤਾਂ ਜਿਹੜਾ ਪਹਿਲੇ ਈਅਰ ਦੇ ਵਿੱਚ ਰੇਸ਼ੋ ਸੀ ਮੈਨ ਐਂਡ ਵੂਮਨ ਦੀ ਆਸਟ੍ਰੇਲੀਆ ਦੇ ਵਿੱਚ ਦੂਸਰੀ ਈਅਰ ਦੇ ਵਿੱਚ ਵੀ ਐਗਜ਼ੈਕਟਲੀ ਸੇਮ ਰਹੀ ਹੈ। ਸੋ ਮੈਂ ਉਹੀ ਇੱਥੇ ਸੈਂਟੈਂਸ ਬਣਾਤਾ ਜੀ। ਹਾਲਾਂਕਿ ਆਪਾਂ ਇਹਨੂੰ ਸੇਮ ਸਿਮਿਲਰ ਵੀ ਕਹਿ ਸਕਦੇ ਵੀ ਅਪਰੋਕਸੀਮੇਟਲੀ ਸੇਮ ਰਿਹਾ ਗਾ ਡਾਟਾ ਇਨ ਬੋਥ ਦਾ ਈਅਰਸ। 50% ਆਪਾਂ ਕਹਿ ਸਕਦੇ ਸੀ ਕਿ ਚਾਰੇ ਦਿਨਾਂ ਦੇ ਵਿੱਚ ਆਪਣਾ ਡਾਟਾ 50% ਰਿਹਾ ਗਾ। ਇਸ ਤੋਂ ਬਾਅਦ ਥਰਡ ਸੈਂਟੈਂਸ ਹੈ ਜੀ ਆਪਣਾ, ਐਡੀਸ਼ਨਲੀ ਇਨ ਬੋਥ ਦਾ ਈਅਰਸ the ratio of birth rate and population increase ranged from 1.2% and 3.2% in Australia and Malaysia। now मैं range वाला sentence बनाया जी, and range वाला sentence is like a boom, ਬਲੈਸਿੰਗ ਹੈ ਜੀ ਇਹ ਆਪਣੇ ਸਾਰਿਆਂ ਵਾਸਤੇ, ਕਿਉਂਕਿ ਜੇ ਤੁਸੀਂ ਦੇਖੋਗੇ ਨਾ ਜਦੋਂ ਵੀ ਹੈਵੀ ਡਾਟਾ ਗਿਵਨ ਹੁੰਦਾ, ਰੇਂਜ ਇਜ਼ ਅ ਲਾਈਫ ਸੇਵਰ। ਹੁਣ ਇੱਥੇ ਵੀ ਜਿਹੜੇ ਸੈਂਟੈਂਸਿਸ ਸੀ ਬਹੁਤ ਜ਼ਿਆਦਾ ਹੈਵੀ ਹੋ ਸਕਦੇ ਸੀਗੇ, ਬਟ ਕਿਉਂਕਿ ਰੇਂਜ ਵਾਲਾ ਸੈਂਟੈਂਸ ਅਵੇਲੇਬਲ ਸੀ, ਇਹਦੇ ਨਾਲ ਅਪ ਟੂ 8 ਟਾਈਪਸ ਆਫ ਡਿਫਰੈਂਟ ਫਿਗਰਸ ਨੂੰ ਮੈਂ ਕਵਰ ਕਰਤਾ ਵਿਦ ਇਨ ਜਸਟ ਵਨ ਸੈਂਟੈਂਸ। ਮੈਂ ਪਾਪੂਲੇਸ਼ਨ ਇਨਕਰੀਜ਼ ਨੂੰ, ਮੈਂ ਰੇਸ਼ੋ ਆਫ ਬਰਥ ਰੇਟ ਨੂੰ, ਦੋਨਾਂ ਹੀ ਈਅਰਸ ਦੇ ਵਿੱਚ ਦੋਨਾਂ ਹੀ ਕੰਟਰੀਜ਼ ਦੇ ਵਿੱਚ, that covers up to 8 figures, ਉਹਨਾਂ ਨੂੰ ਕਵਰ ਕਰਤਾ ਸਿਰਫ ਇਨ ਵਨ ਸੈਂਟੈਂਸ। ਐਂਡ ਇਹ ਬਹੁਤ ਬ੍ਰਿਲੀਅੰਟ ਟਾਈਪ ਆਫ ਸੈਂਟੈਂਸ ਹੈ, ਬਟ ਪਲੀਜ਼ ਇਹਦੀ ਯੂਜ਼ੇਜ ਧਿਆਨ ਨਾਲ ਕਰਿਓ ਜੀ। ਨਾ ਯੂਜ਼ੇਜ ਦੇ ਉੱਪਰ ਮੈਂ ਕਿਉਂ ਇੰਨਾ ਜ਼ਿਆਦਾ ਐਮਫਸਿਸ ਕਰ ਰਿਹਾ ਗਾ, ਦੈਟ ਇਜ਼ ਬਿਕੋਜ਼ ਜਿਹੜੇ ਇੱਦਾਂ ਦੇ ਆਪਣੇ ਸੈਂਟੈਂਸ ਹੁੰਦੇ, ਕਈ ਵਾਰ ਬੱਚੇ ਕੀ ਕਰਦੇ ਆ ਕਿ ਜਿਹੜੀ ਆਪਣੀ ਰੇਂਜ ਹੁੰਦੀ ਹੈਗੀ ਉਹ ਬੜੀ ਲੰਬੀ ਲੈ ਲੈਂਦੇ ਆ। ਲਾਈਕ ਮੈਂ ਤਾਂ ਹੁਣ ਇੱਥੇ 2% ਦੀ ਰੇਂਜ ਲਈ ਹੈਗੀ, ਐਂਡ 2% ਇਜ਼ ਅ ਅੰਡਰਸਟੈਂਡੇਬਲ ਨੰਬਰ। ਧਿਆਨ ਨਾਲ ਡਾਟਾ ਨੂੰ ਐਨਾਲਾਈਜ਼ ਕਰਿਆ ਕਰੋ, ਜਿੰਨੀ ਹੋ ਸਕੇ ਆਪਦੀ ਰੇਂਜ ਛੋਟੀ ਰੱਖਿਆ ਕਰੋ। ਹੁਣ ਜੇ ਮੈਂ ਚਾਹੁੰਦਾ ਤਾਂ ਮੈਂ ਜਿਹੜੀ ਆਪਣੀ ਓਲਡ ਮਾਸਿਸ ਦੀ ਜਿਹੜੀ ਪਰਸੈਂਟੇਜ ਸੀ ਉਹਨੂੰ ਵੀ ਵਿੱਚ ਇਨਕਲੂਡ ਕਰ ਸਕਦਾ ਸੀ, ਬਟ ਮੈਨੂੰ ਕਿਤੇ ਨਾ ਕਿਤੇ ਉਹ ਵੱਧ ਲੱਗਿਆ ਵੀ ਜੇ ਮੈਂ 1.2% ਤੋਂ 9% ਤੱਕ ਜਾਂ ਫਿਰ 12% ਤੱਕ ਇੰਨੀ ਲੰਬੀ ਰੇਂਜ ਖਿੱਚ ਕੇ ਲੈ ਜਾਊਂਗਾ, ਦੈਟ ਵਿਲ ਸੀਮ ਟੂ ਮੱਚ। ਐਂਡ ਜਿੱਥੇ ਤੱਕ ਮੈਨੂੰ ਲੱਗਿਆ 8 ਫਿਗਰਸ ਕਵਰ ਹੋਣੀਆਂ, ਦੈਟ ਵਾਜ਼ ਵੈਰੀ ਗੁੱਡ ਅਪਰਚੁਨਿਟੀ ਵੀ 8 ਫਿਗਰ ਇੱਥੇ ਤੱਕ ਕਵਰ ਹੋ ਗਿਆ, ਦੈਟਸ ਇਟ। ਇਸ ਤੋਂ ਜ਼ਿਆਦਾ ਧੱਕਾ ਕਰਨ ਦੀ ਜ਼ਰੂਰਤ ਨਹੀਂ ਹੈਗੀ। ਸੋ ਪਲੀਜ਼ ਆਪਣਾ ਧਿਆਨ ਨਾਲ ਪਲਾਨ ਕਰਿਆ ਕਰੋ, ਰੇਂਜ ਵਾਲੇ ਸੈਂਟੈਂਸਿਸ ਨੂੰ ਕੇਅਰਫੁਲੀ ਯੂਜ਼ ਕਰਿਆ ਕਰੋ, ਰੇਂਜ ਜਿੰਨੀ ਹੋ ਸਕੇ ਛੋਟੀ ਤੋਂ ਛੋਟੀ ਰੱਖਣ ਦੀ ਕੋਸ਼ਿਸ਼ ਕਰੋ। ਸੋ ਦੈਟ ਵਾਜ਼ ਇਟ ਫॉर BP1। ਲੈਟਸ ਮੂਵ ਟੂ ਆਵਰ BP2। The proportion of individuals aged more than 65 was 12.4% in later year, and that was 2.8% more than the initial year। now ਇਹ ਕਾਫੀ ਸਿੰਪਲ ਡਿਫਰੈਂਸ ਵਾਲਾ ਮੈਂ ਸੈਂਟੈਂਸ ਬਣਾਇਆ ਜੀ ਕਿ ਜਿਹੜੀ ਲੇਟਰ ਈਅਰ 'ਚ ਪਰਸੈਂਟੇਜ ਇੰਨੀ ਸੀ ਅਤੇ ਉਹ ਇੰਨੀ ਜ਼ਿਆਦਾ ਵੱਧ ਸੀ, ਉਹ 2.8% ਵੱਧ ਸੀ ਕਿਹਦੇ ਨਾਲੋਂ, ਇਨੀਸ਼ੀਅਲ ਈਅਰ ਦੇ ਨਾਲੋਂ। now other than this 50.3% of population was male and 49.7% for females। Interestingly, in 2002, the ratio of masses hiked and of females declined by 0.3%। now ਜੇ ਤੁਸੀਂ carefully observe ਕਰੋਗੇ ਜੀ, ਜਿਹੜਾ ਆਪਣਾ ਡਾਟਾ ਸੀ ਇਨ ਮਲੇਸ਼ੀਆ ਆਫ ਮੇਲ ਪੋਪੂਲੇਸ਼ਨ ਐਂਡ ਫੀਮੇਲ ਪੋਪੂਲੇਸ਼ਨ, ਉਹਨਾਂ ਦੇ ਵਿੱਚ ਰਾਈਜ਼ ਐਂਡ ਡਿਕਲਾਈਨ ਆਇਆ ਸੀ ਸੇਮ ਫਿਗਰ ਦਾ। ਮੇਲ ਪੋਪੂਲੇਸ਼ਨ 0.3% ਨਾਲ ਵਧੀ ਸੀ ਐਂਡ ਫੀਮੇਲ ਪੋਪੂਲੇਸ਼ਨ 0.3% ਦੇ ਨਾਲ ਘਟੀ ਸੀਗੀ। ਸੋ ਦੈਟ ਵਾਜ਼ ਆਲਸੋ ਐਨ ਇੰਟਰੀਗਿੰਗ ਪੁਆਇੰਟ। ਕਾਫੀ ਵਧੀਆ ਤਰੀਕੇ ਦਾ ਸੈਂਟੈਂਸ ਫਾਰਮ ਹੁੰਦਾ ਲੱਗਿਆ, ਐਂਡ ਉਹੀ ਮੈਂ ਸੇਮ ਇੱਥੇ ਬਣਾ ਕੇ ਰੱਖਤਾ ਜੀ। ਐਂਡ ਫਾਈਨਲੀ ਟੂ ਰੈਪ ਇਟ ਅਪ, ਮੈਂ ਨਾਲ ਸੈਂਟੈਂਸ ਬਣਾਇਆ ਜੀ ਆਪਣਾ ਵੰਸ ਅਗੇਨ ਫੇਵਰੇਟ ਦਾ ਪਰਸੈਂਟੇਜ ਆਫ above 65 people in Malaysia was 3.7% and 4.3% in 1980 and 2002 respectively। ਨਾਓ ਕਾਫੀ ਜਾਣੇ ਸੋਚ ਰਹੇ ਹੋਣਗੇ ਵੀ ਮੈਂ ਕਿਹਾ ਸੀਗਾ ਵੀ ਆਪਾਂ ਕੁਛ ਕੁ ਡਾਟਾ ਸਕਿਪ ਕਰ ਸਕਦੇ ਸੀ। ਮੈਂ ਕੋਈ ਡਾਟਾ ਨਹੀਂ ਸਕਿਪ ਕਰਿਆ, ਬਟ ਸਟਿਲ ਆਪਾਂ ਕੁਛ ਡਾਟਾ ਸਕਿਪ ਕਰ ਸਕਦੇ ਸੀ। ਐਂਡ ਕਿਹੜਾ ਡਾਟਾ ਆਪਾਂ ਸਕਿਪ ਕਰ ਸਕਦੇ ਸੀਗੇ, ਮੇਲ ਐਂਡ ਫੀਮੇਲ 'ਚੋਂ ਇੱਕ ਡਾਟਾ। ਹੁਣ ਫੋਰ ਐਗਜ਼ਾਮਪਲ ਦੇਖ ਕੇ ਦੇਖੋ, ਜੇ ਤੁਸੀਂ ਮੇਲ ਨੂੰ ਇੱਕ ਈਅਰ 'ਚ ਤੁਸੀਂ ਸਕਿਪ ਕਰ ਦਿੰਦੇ ਹੋ, ਦਾ ਫੀਮੇਲ ਨੂੰ ਇਕੱਲੇ ਨੂੰ ਮੈਂਸ਼ਨ ਕਰ ਦਿੰਦੇ ਹੋ, ਤਾਂ ਮੇਲ ਦਾ ਆਟੋਮੈਟਿਕਲੀ ਪਤਾ ਲੱਗ ਜਾਂਦਾ। ਲਾਈਕ ਜੇ 100% ਪਾਪੂਲੇਸ਼ਨ ਆ, ਤੁਸੀਂ ਮੈਂਸ਼ਨ ਕਰਤਾ ਵੀ 49% ਇਜ਼ ਫੀਮੇਲਸ, ਤਾਂ ਆਟੋਮੈਟਿਕਲੀ ਇਹ ਚੀਜ਼ ਕਹਿ ਲਓ ਵੀ ਆਪਾਂ ਫਾਈਂਡ ਆਊਟ ਕਰ ਸਕਦੇ ਵੀ ਅਦਰ 51% ਇਜ਼ ਮੇਲਸ। ਸੋ ਉਸੀ ਸਿਮਿਲਰ ਟਾਈਪ ਨਾਲ ਅੱਜ ਵਾਲੀਆਂ ਪਰਸੈਂਟੇਜ ਸੀਗੀਆਂ ਮੇਲ ਐਂਡ ਫੀਮੇਲ ਦੀਆਂ, ਉਹ ਐਡ ਅਪ ਹੋ ਕੇ 100% ਲੱਭ ਰਹੀਆਂ ਸੀਗੀਆਂ। ਸੋ ਉੱਦਾਂ ਦੀਆਂ ਜਿਹੜੀਆਂ ਕਿ ਆਪਾਂ ਡਿਰਾਈਵ ਕਰ ਸਕਦੇ ਹਾਂ, ਮੈਂਸ਼ਨ ਕਰਨੀਆਂ ਕੰਪਲਸਰੀ ਨਹੀਂ ਹੈਗੀਆਂ, ਜਿਹੜੀਆਂ ਕਹਿ ਲਓ ਵੀ ਇਨਡਾਇਰੈਕਟਲੀ ਆਪਾਂ ਨੂੰ ਪਤਾ ਲੱਗ ਸਕਦੀਆਂ ਨੇ
ਉੱਦਾਂ ਦੀ ਆਪਾਂ ਜਿਹੜੀਆਂ ਨੈਗਲੈਕਟ ਕਰ ਸਕਦੇ ਹਾਂ ਜਾਂ ਇਗਨੋਰ ਕਰ ਸਕਦੇ ਜਾਂ ਮੈਂਸ਼ਨ ਕਰਨ ਤੋਂ ਰਹਿਣ ਦੇ ਸਕਦੇ ਹਾਂ ਆਪਾਂ ਕਿਹੜਾ ਡਾਟਾ ਨੂੰ, ਜਿਹੜਾ ਕਿ ਆਪਾਂ ਇਨਡਾਇਰੈਕਟਲੀ ਫਾਈਂਡ ਆਊਟ ਕਰ ਸਕਦੇ ਹਾਂ। ਅੱਜ ਵਾਲੇ ਦੇ ਵਿੱਚ ਉਹ ਡਾਟਾ ਦੀ ਐਗਜ਼ਾਮਪਲ ਸੀਗੀ ਮੇਲ ਜਾਂ ਫੀਮੇਲ 'ਚੋਂ ਸਿਰਫ ਇੱਕ ਦਾ ਮੈਂਸ਼ਨ ਕਰ ਦਿਓ, ਦੂਸਰੇ ਦਾ ਇਨਡਾਇਰੈਕਟਲੀ ਫਾਈਂਡ ਆਊਟ ਕੀਤਾ ਜਾ ਸਕਦਾ ਗਾ। ਬਟ ਇਹ ਚੀਜ਼ ਇਗਨੋਰ ਸਿਰਫ ਉਦੋਂ ਕਰਨੀ ਹੈ ਜਦੋਂ ਡਾਟਾ ਬਹੁਤ ਜ਼ਿਆਦਾ ਹੈਵੀ ਗਿਵਨ ਹੋਵੇ ਜੀ, ਬਹੁਤ ਜ਼ਿਆਦਾ, ਜਿਹੜਾ ਕਿ ਵੀ ਤੁਹਾਡੇ BPs ਦੇ ਵਿੱਚ ਕੰਪਲੀਟਲੀ ਫਿੱਟ ਨਾ ਆ ਰਿਹਾ ਹੋਵੇ ਜਾਂ ਬੜਾ ਜ਼ਿਆਦਾ ਕਨਫਿਊਜ਼ਿੰਗ ਕਰ ਰਿਹਾ ਹੋਵੇ। ਸੋ ਦੈਟ ਵਾਜ਼ ਇਟ ਫॉर BP2। ਹੋਪ ਕਿਸੇ ਨੂੰ ਸਾਰਿਆਂ ਨੂੰ ਸਮਝ ਲੱਗਿਆ ਹੋਊਗਾ ਜੀ। ਐਂਡ ਸੋ ਦੈਟ ਵਾਜ਼ ਇਟ ਫॉर ਟੁਡੇ ਗਾਇਸ। ਐਂਡ ਜੇ ਕਿਸੇ ਦੇ ਕੋਈ ਡਾਊਟਸ ਹੋਣ ਦੈਨ ਪਲੀਜ਼ ਕਮੈਂਟ ਡਾਊਨ। ਐਂਡ ਤੁਸੀਂ ਕੋਈ ਚੀਜ਼ ਪੁੱਛਣੀ ਹੋਵੇ, ਕੋਈ ਸੁਜੈਸ਼ਨ ਦੇਣਾ ਹੋਵੇ ਦੈਨ ਵੰਸ ਅਗੇਨ ਪਲੀਜ਼ ਕਮੈਂਟ ਡਾਊਨ। ਐਂਡ ਵੀਡੀਓ ਵਧੀਆ ਲੱਗੀ ਹੋਵੇ ਜੀ ਦੈਨ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ। Thank you everyone. That's it for today and have a nice day. Peace.